परम सत्कारयोग जुगो जुग अटल तीन दुनिया दे मालक जगत जलंदे दे रख्यक साहिब श्री गुरु ग्रंथ साहिब जी दी पावन पवित्र हजूरी विखे हर रोज की तरह आप जी पावन पवित्र हुक्म दी विचार सांझी करन वास्ते गुरुद्वारा मंजी साहिब दीवान हाल विखे तथा देश विदेश घरां दे अंदर सतगुरु श्री गुरु ग्रंथ साहिब जी दी पावन गोद विच जुड़ बैठे हो। सतगुरां ने अमृत वेले सचखंड श्री हरमंदर साहिब जी विखे प्रकाशमान हो के अज दा पावन श्री मुखवाक शहीदां दे सिरताज बाणी के बोहित कलयुगी जीवां दे उधारक शांति दे मुजस्मे साहिब श्री गुरु अर्जन देव सच्चे पातशाह जी दी पावन रसना तो समुची लोकाई नूं बख्शिश कीता है और सतगुरु पातशाह जी ने इस पावन हुक्म दे अंदर अकाल पुरख वाहिगुरु परमेश्वर दी वडियाई उस दी उपमा सिमरन भजन करन दा सानू उपदेश बख्शिश कीता है। आओ प्यार सहित मन बिरतियां नू एकाग्र करके सरवण करना करिए जी। सतनाम श्री वाहिगुरु साहिब जी। सोरठ महला पंजवा। राग सोरठ विच पंजवें पातशाह धन श्री गुरु अर्जन देव सच्चे पातशाह जी का उचारण किया होया ये पावन शब्द श्री गुरु ग्रंथ साहिब जी दे अंग 639 ਅਤੇ 40 ते शोभाएमान है। सोरठ नूं अरागणी करके भी मन्निया गया है और सोरठ मेघ राग दी अरागणी है। ते सतगुरु पातशाह जी ने पावन उपदेश बख्शिश कीता। घर पहला पहले घर सुरताल विच इस पावन शब्द दे गायन करन दी हदायत कीती। अष्टपदिया अष्टपदियां ये बहुवचन है। अष्टपदी अठा पदियां दी हुंदी है। संगत जी ये बहुवचन होने करके 9 पदियां दा ये पावन शब्द है। सतगुरु पातशाह जी ने अष्टपदियां दे सरलेख हेठ ये पावन उपदेश बख्शिश कीता। एक ओंकार
ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਅਤੇ ਗੁਰ ਚੇਤਨ ਸਰੂਪ ਹੈ। ਇੱਕ ਅਦਵੈਤ ਪ੍ਰਕਾਸ਼ਕ ਸਾਰਿਆਂ ਦਾ ਵਾਹਿਗੁਰੂ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਭ ਜਗ ਜਿਨਹਿ ਉਪਾਇਆ ਪਾਈ। ਹੇ ਭਾਈ, ਜਿਸ ਪਰਮਾਤਮਾ ਨੇ ਸਾਰਾ ਜਗਤ ਪੈਦਾ ਕੀਤਾ, ਕਰਨ ਕਾਰਨ ਸਮਰੱਥ। ਹਜੂਰ ਕਹਿੰਦੇ ਉਹ ਸਾਰੇ ਕਰਤੱਵਾਂ ਦੇ ਕਰਨ ਨੂੰ ਸਮਰੱਥ ਹੈ। ਜੀਉ ਪਿੰਡ ਜਿਨ ਸਾਜਿਆ ਪਾਈ। ਹੇ ਭਾਈ, ਜਿਸ ਪਰਮਾਤਮਾ ਨੇ ਇਸ ਮਨੁੱਖ ਦੇ ਸੋਹਣੇ ਸੁੰਦਰ ਸਰੀਰ ਨੂੰ ਸਾਜਣਾ ਕੀਤਾ ਹੈ, ਔਰ ਇਸ ਸਰੀਰ ਦੀ ਸਾਜਣਾ ਕਰਕੇ ਇਹਦੇ ਵਿੱਚ ਜਿੰਦ ਆਦਿਕ ਪਾਈ। ਦੇ ਕਰ ਆਪਣੀ ਵਾਥ। ਫਿਰ ਇਸ ਸਰੀਰ ਨੂੰ ਚਲਾਉਣ ਵਾਸਤੇ ਵਾਹਿਗੁਰੂ ਨੇ ਆਪਣੀ ਚੇਤਨ ਸਤਾ ਰੂਪੀ ਵਸਤੂ ਵਿੱਚ ਰੱਖੀ ਹੈ। ਸੰਗਤ ਜੀ, ਕਾਰਨਾਂ ਦੇ ਕਰਨ ਨੂੰ ਜਾਂ ਕਰਤਾ ਜਿਹੜਾ ਹੈ ਉਹ ਕਈ ਪ੍ਰਕਾਰ ਦੇ ਮੰਨੇ ਗਏ ਨੇ। ਕੋਈ ਭਾਂਡੇ ਬਣਾਉਣ ਦਾ ਕਰਤਾ ਹੈ, ਕੋਈ ਗਹਿਣੇ ਬਣਾਉਣ ਦਾ ਕਰਤਾ ਹੈ, ਕੋਈ ਪਰਿਵਾਰ ਦਾ ਕਰਤਾ ਹੈ, ਪਰ ਪਰਮੇਸ਼ਰ ਸਭ ਤੋਂ ਉੱਤਮ ਕਰਤਾ ਹੈ। ਜਿਹੜਾ ਬੰਦਾ ਭਾਂਡੇ ਤਿਆਰ ਕਰਦਾ ਹੈ, ਭਾਵੇਂ ਉਹ ਮਿੱਟੀ ਦੇ ਨੇ ਜਾਂ ਉਹ ਪਿੱਤਲ ਦੇ ਨੇ ਜਾਂ ਸਟੀਲ ਦੇ ਨੇ, ਉਹ ਭਾਂਡੇ ਤਿਆਰ ਤਾਂ ਕਰਦਾ ਹੈ, ਪਰ ਸੰਗਤ ਜੀ ਉਹਨਾਂ ਭਾਂਡਿਆਂ ਦੇ ਵਿੱਚ ਉਹ ਆਪਣੀ ਚੇਤਨ ਸਤਾ ਨਹੀਂ ਭਰ ਸਕਦਾ। ਭਾਵ ਉਹਨਾਂ ਭਾਂਡਿਆਂ ਨੂੰ ਫੇਰਨ ਤੁਰਨ ਦੀ, ਸੁਣਨ ਦੀ, ਵੇਖਣ ਦੀ ਸ਼ਕਤੀ ਨਹੀਂ ਦੇ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ ਕਰਤਾ ਹੈ, ਜਿਸ ਵਾਹਿਗੁਰੂ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ, ਸਾਰੇ ਸਰੀਰਾਂ ਦੀ ਸਾਜਣਾ ਕੀਤੀ ਹੈ ਅਤੇ ਵਿੱਚ ਜੀ ਪੈਦਾ ਕੀਤਾ ਹੈ। ਫਿਰ ਆਪਣੀ ਚੇਤਨ ਸਤਾ ਬਖਸ਼ਿਸ਼ ਕੀਤੀ, ਆਪਣੀ ਕਲਾ ਵਿੱਚ ਰੱਖੀ ਹੈ, ਜਿਸ ਕਲਾ ਕਰਕੇ, ਚੇਤਨ ਸਤਾ ਕਰਕੇ ਇਹ ਜੀਵ ਤੁਰਦੇ ਫਿਰਦੇ ਨੇ, ਵੇਖਦੇ ਨੇ, ਸੁਣਦੇ ਨੇ। ਸੰਗਤ ਜੀ, ਇਹ ਉਹਦੀ ਚੇਤਨ ਸਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਉਹ ਚੇਤਨ ਸਤਾ ਨੂੰ ਖਿੱਚ ਲੈਂਦਾ ਹੈ ਤੇ ਫਿਰ ਇਹ ਵੀ ਉਹਨਾਂ ਭਾਂਡਿਆਂ ਵਰਗਾ ਹੀ ਹੁੰਦਾ ਵਾ, ਜਿਹੜੇ ਆਮ ਕਰਤਿਆਂ ਨੇ ਸਾਜੇ ਹੁੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਸ ਪਰਮਾਤਮਾ ਨੇ ਭਾਈ ਸਰੀਰ ਦੀ ਸਾਜਣਾ ਕੀਤੀ, ਵਿੱਚ ਜੀ ਪੈਦਾ ਕੀਤਾ, ਜਿੰਦ ਪੈਦਾ ਕੀਤੀ, ਫਿਰ ਉਹਨੇ ਆਪਣੀ ਚੇਤਨ ਸਤਾ ਰੱਖੀ ਇਸ ਸਰੀਰ ਨੂੰ ਚਲਾਉਣ ਵਾਸਤੇ। ਕਿਨ ਕਹੀਐ ਕਿਉ ਦੇਖੀਐ ਭਾਈ। ਇਹ ਭਾਈ, ਉਸ ਕਰਤੇ ਪੁਰਖ ਵਾਹਿਗੁਰੂ ਨੂੰ ਕਿਨ ਕਿਵੇਂ ਕਥਨ ਕਰੀਏ, ਉਹਨੂੰ ਕਿਵੇਂ ਸੁਚੇਤੇ ਕਰੀਏ, ਔਰ ਉਹਨੂੰ ਕਿਵੇਂ ਦੇਖੀਏ, ਉਹਦੇ ਦਰਸ਼ਨ ਕਿਵੇਂ ਹੋਣ। ਕਰਤਾ ਏਕ ਅਕਾਥ। ਇੱਕ ਵਾਹਿਗੁਰੂ ਜੋ ਕਰਤਾ ਪੁਰਖ ਹੈ,
ਉਹ ਅਕਤ ਹੈ, ਕਥਨ ਤੋਂ ਰਹਿਤ ਹੈ। ਸੰਗਤ ਜੀ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਹਦੀ ਕਥਾ ਨਹੀਂ ਕੀਤੀ ਜਾ ਸਕਦੀ। ਬੇਅੰਤ ਕਥਾਵਾਚਕਾਂ ਨੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਉਹਦੇ ਵੱਖਰੇ ਵੱਖਰੇ ਗੁਣ, ਨਾਮ, ਉਹਦੀ ਸਿਫਤ ਸਲਾਹ ਕੀਤੀ, ਪਰ ਉਹ ਵੀ ਅੰਤ ਨਹੀਂ ਪਾ ਸਕੇ। ਅੱਜ ਦੇ ਸਮੇਂ ਅੰਦਰ ਵੀ ਅਨੇਕਾਂ ਵਿਦਵਾਨ ਉਹਦੀ ਕਥਾ ਕਰਦੇ ਨੇ, ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਨੇਕਾਂ ਉਹਨੂੰ ਕਥਨ ਕਰਨਗੇ, ਪਰ ਉਹ ਅਕਥ ਹੈ। ਉਹਦੀ ਸਮਗਰ ਰੂਪ ਵਿੱਚ ਕਥਾ ਨਹੀਂ ਕੀਤੀ ਜਾ ਸਕਦੀ। ਗੁਰ ਗੋਬਿੰਦ ਸਲਾਹੀਐ ਭਾਈ। ਹੇ ਭਾਈ, ਜੋ ਪੂਜ ਡੀਕ ਪਰਮਾਤਮਾ ਹੈ, ਉਹਦੀ ਸਿਫਤ ਸਲਾਹ ਕਰੀਏ। ਜਿਸ ਤੇ ਜਾਪੈ ਤੱਥ, ਜਿਸ ਕਰਕੇ ਉਹਦੇ ਸਿਧਾਂਤ ਨੂੰ, ਸਾਰ ਤੱਤ ਨੂੰ ਜਾਣ ਲਈਏ। ਮੇਰੇ ਮਨ ਜਪੀਐ ਹਰਿ ਭਗਵੰਤਾ। ਸੱਚੇ ਪਾਤਸ਼ਾਹ ਜੀ ਇੱਥੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਇਹ ਮੇਰੇ ਮਨ, ਜੋ ਹਰੀ ਖਟ ਭਗਾਂ ਸਪੰਨ ਹੈ, ਉਹਨੂੰ ਭਜਣਾ ਕਰੀਏ, ਉਹਨੂੰ ਜਪਣਾ ਕਰੀਏ, ਉਹਦਾ ਸਿਮਰਨ ਕਰੀਏ। ਨਾਮ ਦਾਨ ਦੇ ਜਨ ਆਪਣੇ। ਸਤਿਗੁਰੂ ਪਾਤਸ਼ਾਹ ਜੀ ਜੋ ਖਟ ਭਗਾਂ ਸਪੰਨ ਹੈ, ਭਗਵੰਤ ਰੂਪ ਹੈ, ਜਿਹਦੇ ਸਿਮਰਨ ਬਾਰੇ ਆਪ ਜੀ ਦਰਸਾ ਰਹੇ ਹੋ, ਉਹ ਕੀ ਬਖਸ਼ਿਸ਼ ਕਰਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਨਾਮ ਦਾਨ ਦੇ ਜਨ ਆਪਣੇ। ਆਪਣੇ ਸੇਵਕਾਂ ਨੂੰ, ਆਪਣੇ ਦਾਸਾਂ ਨੂੰ ਪਰਮੇਸ਼ਰ ਨਾਮ ਦਾ ਦਾਨ ਦਿੰਦਾ ਹੈ। ਦੁੱਖ ਦਰਦ ਕਾ ਹੰਤਾ। ਅਤੇ ਸਤਿਗੁਰੂ ਜੀ ਕਹਿੰਦੇ ਨੇ, ਦੁੱਖਾਂ ਅਤੇ ਦਰਦ ਪੀੜਾ ਆਦਿਕ ਜਿਹੜੀ ਹੈ, ਇਹਨੂੰ ਨਿਵਰਤ ਕਰਨ ਵਾਲਾ। ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ, ਜਾਂ ਕੈ ਘਰ ਸਭ ਕਿਛ ਹੈ ਭਾਈ। ਹੇ ਭਾਈ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਸਭ ਕੁਝ ਹੈ। ਨੌ ਨਿਧ ਭਰੇ ਭੰਡਾਰ। ਸਤਿਗੁਰੂ ਜੀ ਕਹਿੰਦੇ, ਨੌ ਨਿਧੀਆਂ ਦੇ ਭੰਡਾਰ ਭਰੇ ਹੋਏ ਨੇ। ਤਿਸ ਕੀ ਕੀਮਤ ਨਾ ਪਵੈ ਭਾਈ। ਹੇ ਭਾਈ, ਉਸ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸੰਗਤ ਜੀ, ਜੇ ਉਹ ਮੁੱਲ ਮਿਲਦਾ ਹੁੰਦਾ ਤੇ ਹੁਣ ਨੂੰ ਵੱਡੇ ਵੱਡੇ ਜਿਹੜੇ ਧਨਾੜ ਲੋਕ ਨੇ ਨਾ, ਉਹਨਾਂ ਨੇ ਪਰਮੇਸ਼ਰ ਨੂੰ ਖਰੀਦ ਲੈਣਾ ਸੀ, ਉਹਨਾਂ ਨੇ ਕੀਮਤ ਪਾ ਲੈਣੀ ਸੀ, ਤੇ ਉਹਨਾਂ ਨੇ ਪਰਮੇਸ਼ਰ ਨੂੰ ਆਪਣੇ ਵੱਸ ਕਰ ਲੈਣਾ ਸੀ। ਪਰ ਸਤਿਗੁਰੂ ਜੀ ਕਹਿੰਦੇ ਨੇ, ਉਹ ਆਪ ਬੇਕੀਮਤਾ ਹੈ, ਇਸ ਕਰਕੇ ਉਹਦੀ ਕੀਮਤ ਨਹੀਂ ਪੈ ਸਕਦੀ। ਊਚਾ ਅਗਮ ਅਪਾਰ। ਉਹ ਸਾਰਿਆਂ ਤੋਂ ਉੱਚਾ ਅਤੇ ਗਮਤਾ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ। ਜੀਵ ਜੰਤ ਪ੍ਰਤਪਾਲ ਦਾ ਭਾਈ। ਸੰਗਤ ਜੀ, ਉਹ ਪਰਮੇਸ਼ਰ ਸੂਖਮ ਅਤੇ ਅਸਤੂਲ ਜੀਵ ਜੰਤੂਆਂ ਦੀ ਪ੍ਰਤਪਾਲਨਾ ਕਰਦਾ ਹੈ। ਨਿਤ ਨਿਤ ਕਰਦਾ ਸਾਰ। ਭਾਵ ਕੀੜੀ ਤੋਂ ਲੈ ਕਰਕੇ ਹਾਥੀ ਤੱਕ
ਜਿੰਨੇ ਵੀ ਸੂਖਮ ਅਤੇ ਅਸਥੂਲ ਜੀਵ ਜੰਤੂ ਨੇ, ਛੋਟੇ ਅਤੇ ਵੱਡੇ, ਸਾਰਿਆਂ ਦੀ ਭਾਈ ਉਹ ਪ੍ਰਤਪਾਲਣਾ ਕਰਦਾ ਹੈ, ਸਾਰਿਆਂ ਦੀ ਉਹ ਸਾਰ ਕਰਦਾ ਹੈ। ਸੰਗਤ ਜੀ, ਪੁਰਾਣੇ ਸਮੇਂ ਖਾਸ ਕਰ ਪਿੰਡਾਂ ਦੇ ਵਿੱਚ, ਅੱਜ ਤਾਂ ਸਮਾਂ ਤਬਦੀਲ ਹੋ ਗਿਆ ਹੈ। ਅੱਜ ਤਾਂ ਆਪਾਂ ਜਦੋਂ ਕਿਸੇ ਨੂੰ ਹਾਲ ਚਾਲ ਪੁੱਛਦੇ ਆ ਨਾ, ਤੇ ਜੀਆਂ ਦੇ ਨਾਮ ਗਿਣ ਗਿਣ ਕੇ ਪੁੱਛਦੇ ਆ ਵੀ ਫਲਾਣੇ ਦਾ ਕੀ ਹਾਲ ਆ, ਬੱਚਿਆਂ ਦਾ ਕੀ ਹਾਲ ਆ। ਤੇ ਪੁਰਾਣੇ ਸਮੇਂ ਸਾਡੇ ਬਜ਼ੁਰਗਾਂ ਨੇ ਪੁੱਛਣਾ ਵੀ ਜੀਆ ਜੰਤ ਰਾਜੀ ਆ, ਇਹ ਸ਼ਬਦ ਵਰਤਦੇ ਸੀ ਪੁਰਾਣੇ ਸਮੇਂ ਵੀ ਤੁਹਾਡਾ ਜੀਆ ਜੰਤ ਰਾਜੀ ਆ। ਜੀਆ ਜੰਤ ਤੋਂ ਭਾਵ ਹੁੰਦਾ ਸੀ ਛੋਟੇ ਤੇ ਵੱਡੇ ਸਾਰੇ ਹੀ ਪਰਿਵਾਰ ਦੇ ਜੀ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਇੱਥੇ ਸ਼ਬਦ ਵਰਤਿਆ, ਜੀ ਜੰਤ ਪ੍ਰਤਪਾਲ ਦਾ ਭਾਈ। ਸੂਖਮ ਅਤੇ ਅਸਥੂਲ ਜਿਹੜੇ ਜੀਵ ਜੰਤੂ ਨੇ, ਸਾਰਿਆਂ ਦੀ ਹੀ ਭਾਈ ਉਹ ਪਰਮੇਸ਼ਰ ਪ੍ਰਤਪਾਲਣਾ ਕਰਦਾ ਹੈ, ਨਿਤ ਨਿਤ ਕਰਦਾ ਸਾਰ, ਅਤੇ ਨਿਤਾ ਪ੍ਰਤੀ ਰੋਜ਼ਾਨਾ ਸਾਰਿਆਂ ਦੀ ਸੰਭਾਲ ਕਰਦਾ। ਸਤਿਗੁਰ ਪੂਰਾ ਭੇਟੀਐ ਭਾਈ। ਹੇ ਭਾਈ, ਪੂਰੇ ਸਤਿਗੁਰੂ ਨਾਲ ਮਿਲਾਪ ਕਰੀਏ। ਸ਼ਬਦ ਮਿਲਾਵਨ ਹਾਰ। ਪੂਰਾ ਗੁਰੂ ਪਾਵਨ ਉਪਦੇਸ਼ ਦੇ ਕੇ, ਸ਼ਬਦ ਦੇ ਨਾਲ ਜੋੜ ਕਰਕੇ ਸਾਨੂੰ ਉਸ ਵਾਹਿਗੁਰੂ ਮਾਲਕ ਦੇ ਨਾਲ ਮਿਲਾਉਣ ਵਾਲਾ ਹੈ। ਸੱਚੇ ਚਰਨ ਸਰੀਵੀਐ ਭਾਈ। ਹੇ ਭਾਈ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਰੂਪੀ ਚਰਨਾਂ ਦਾ ਸੇਵਨ ਕਰੀਏ। ਭ੍ਰਮ ਭਉ ਹੋਵੈ ਨਾਸ। ਫਿਰ 5 ਪ੍ਰਕਾਰ ਦਾ ਭਰਮ ਅਤੇ 7 ਪ੍ਰਕਾਰ ਦਾ ਭਉ ਇਹ ਨਾਸ ਹੋ ਜਾਵੇਗਾ, ਨਿਵਰਤ ਹੋਵੇਗਾ। ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਹੇ ਭਾਈ, ਸ਼ਾਂਤ ਆਤਮਾ ਮਹਾਤਮਾ ਜੜਾਂ ਦੀ ਸੰਗਤ ਨਾਲ ਮਿਲ ਕਰਕੇ ਆਪਣੇ ਮਨ ਨੂੰ ਮਾਂਜਣਾ ਕਰ। ਸੰਗਤ ਜੀ, ਜਿਵੇਂ ਆਪਾਂ ਬਰਤਨ ਮਾਂਜਦੇ ਆ ਨਾ, ਇਸੇ ਤਰ੍ਹਾਂ ਮਨ ਨੂੰ ਵੀ ਮਾਂਜਣਾ ਹੈ। ਮਨ ਕਿਵੇਂ ਸਾਫ਼ ਹੋਵੇਗਾ? ਸੇਵਾ ਤੇ ਸਿਮਰਨ ਕਰਕੇ। ਜਦੋਂ ਅਸੀਂ ਹੱਥਾਂ ਨਾਲ ਗੁਰੂ ਕੇ ਲੰਗਰ ਵਿੱਚ ਜੂਠੇ ਬਰਤਨ ਮਾਂਜਾਂਗੇ ਤੇ ਨਾਲ ਨਾਲ ਵਾਹਿਗੁਰੂ ਗੁਰ ਸ਼ਬਦ ਦਾ ਅਭਿਆਸ ਕਰਾਂਗੇ, ਇਹ ਫਿਰ ਸਾਡੇ ਮਨ ਦੀ ਮੈਲ ਨੂੰ ਕੱਟੇਗਾ, ਜਿਹੜੀ ਜੜਮਾਂ ਜੜਮਾਤਰਾਂ ਦੀ ਲੱਗੀ ਹੋਈ ਹੈ। ਫਿਰ ਇਹ ਮਨ ਜਿਹੜਾ ਭਾਈ ਮਾਂਜਿਆ ਜਾਵੇਗਾ। ਤਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਗੁਰਦੁਆਰੇ ਆਉਣ ਦਾ ਇਹੀ ਲਾਭ ਹੈ ਕਿ ਅਸੀਂ ਆਪਣੇ ਮਨ ਨੂੰ ਗੁਰੂ ਕੀ ਸੰਗਤ ਨਾਲ ਮਿਲ ਕਰਕੇ ਮਾਂਜ ਸਕੀਏ। ਸ਼ਾਂਤ ਆਤਮਾ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਸ਼ਬਦ ਨਾਲ ਜੁੜ ਕਰਕੇ ਭਾਈ ਆਪਣੇ ਮਨ ਨੂੰ ਮਾਂਜਣਾ ਕਰ, ਆਪਣੇ ਮਨ ਨੂੰ ਸਾਫ਼ ਕਰ। ਹਰਿ ਕੈ ਨਾਮ ਨਿਵਾਸ। ਸਤਿਗੁਰੂ ਜੀ ਕਹਿੰਦੇ ਫਿਰ ਹਰੀ ਪਰਮੇਸ਼ਰ ਦੇ ਨਾਮ ਦਾ ਤੇਰੇ ਮਨ ਵਿੱਚ ਨਿਵਾਸ ਹੋਵੇਗਾ। ਨਾਮ ਜਿਹੜਾ ਹੈ ਨਾ, ਉਹ ਤੇਰੇ ਮਨ ਵਿੱਚ ਟਿਕ ਜਾਵੇਗਾ ਜਦੋਂ ਤੂੰ ਆਪਣੇ ਮਨ ਨੂੰ ਮਾਂਜ ਕੇ ਸਾਫ਼ ਕਰ ਲਵੇਂਗਾ। ਸੰਗਤ ਜੀ, ਜਿੰਨਾ ਚਿਰ ਇਹ ਮਨ ਰੂਪੀ ਕੋਟੜੀ
ਸਾਡੇ ਸੰਕਲਪਾਂ ਵਿਕਲਪਾਂ ਫੁਰਨਿਆਂ ਦੇ ਨਾਲ ਭਰੀ ਹੋਈ ਹੈ ਨਾ, ਉਹਨਾਂ ਚਿਰ ਨਾਮ ਨਹੀਂ ਟਿਕੇਗਾ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਕਹਿੰਦੇ ਟਿਕਦਾ ਹੈ, ਆਮ ਭਾਂਡਿਆਂ ਵਿੱਚ ਨਹੀਂ। ਤੇ ਪਰਮੇਸ਼ਰ ਦਾ ਨਾਮ ਵੀ ਉਹਨਾਂ ਹਿਰਦਿਆਂ ਵਿੱਚ ਟਿਕਦਾ ਹੈ ਜਿਹੜੇ ਹਿਰਦੇ ਗੁਰੂ ਸ਼ਬਦ ਨਾਲ ਜੁੜ ਕਰਕੇ ਮਾਂਜੇ ਗਏ ਨੇ, ਚੰਗੀ ਸੰਗਤ ਕਰਕੇ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਂਜ ਲਿਆ, ਮਨ ਨੂੰ ਸਾਫ਼ ਕਰ ਲਿਆ, ਤਾਂ ਸੰਗਤ ਜੀ ਨਾਮ ਦਾ ਨਿਵਾਸ ਹੁੰਦਾ ਹੈ, ਨਾਮ ਟਿਕਦਾ ਹੈ। ਭਾਂਡਾ ਧੋਏ ਬੈਸ ਧੂਪ ਦੇਵ ਹੋ, ਤਾਂ ਦੁੱਧੇ ਕੋ ਜਾਵੋ। ਜੇ ਭਾਂਡਾ ਮੈਲਾ ਹੋਵੇਗਾ ਉਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਤੇ ਉਹ ਦੁੱਧ ਜਿਹੜਾ ਨਾ ਉਹ ਫੁੱਟ ਜਾਵੇਗਾ, ਉਹ ਦੁੱਧ ਸਹੀ ਸਲਾਮਤ ਨਹੀਂ ਰਹੇਗਾ। ਤੇ ਸੰਗਤ ਜੀ ਮਨ ਮਾਂਜੇ ਤੋਂ ਬਗੈਰ ਜੇ ਆਪਾਂ ਨਾਮ ਹਿਰਦੇ ਵਿੱਚ ਟਿਕਾਉਣ ਦਾ ਯਤਨ ਕਰਾਂਗੇ ਤੇ ਨਹੀਂ ਟਕੇਗਾ। ਨਾਮ ਦੇ ਨਾਲ ਹੀ ਮਨ ਮਾਂਜਿਆ ਜਾਂਦਾ ਹੈ। ਗੁਰੂ ਕੀ ਸੰਗਤ ਨਾਲ ਜੁੜ ਕਰਕੇ ਜਦੋਂ ਇੱਕ ਦੂ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਮ ਜੀਓ, ਵੱਧ ਤੋਂ ਵੱਧ ਜੀਵਨ ਵਾਲੇ ਗੁਰਮੁਖਾਂ ਦੇ ਆਪਾਂ ਦਰਸ਼ਨ ਕਰਾਂਗੇ ਨਾ, ਫਿਰ ਸਾਡਾ ਮਨ ਵੀ ਜਿਹੜਾ ਨਾ ਉਹ ਗੁਰੂ ਦੀ ਤਰਫ ਉਲਰੇਗਾ। ਤੇ ਸੰਗਤ ਜੀ ਫਿਰ ਕੀ ਹੋਵੇਗਾ, ਮਨ ਪਵਿੱਤਰ ਹੋ ਗਿਆ ਤੇ ਨਾਮ ਟਿਕ ਜਾਵੇਗਾ। ਮਿਟੈ ਅੰਧੇਰਾ ਅਗਿਆਨਤਾ ਪਾਈ। ਹੇ ਭਾਈ, ਅਗਿਆਨਤਾ ਦਾ ਹਨੇਰਾ ਜਿਹੜਾ ਹੈ ਨਾ ਉਹ ਮਿਟ ਜਾਵੇਗਾ। ਕਮਲ ਹੋਵੇ ਪਰਗਾਸ। ਅਤੇ ਤੇਰੇ ਹਿਰਦੇ ਰੂਪੀ ਕਮਲ ਜੋ ਹੈ ਉਹਦੇ ਵਿੱਚ ਪ੍ਰਕਾਸ਼ ਹੋਵੇਗਾ, ਖੜਾਵਟ ਆਵੇਗੀ। ਗੁਰ ਬਚਨੀ ਸੁਖ ਊਪਜੈ ਪਾਈ। ਗੁਰੂ ਦੇ ਉਪਦੇਸ਼ ਦੁਆਰਾ ਭਾਈ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਆਤਮਿਕ ਸੁਖ ਪੈਦਾ ਹੁੰਦਾ ਹੈ ਗੁਰੂ ਦੇ ਉਪਦੇਸ਼ ਨੂੰ ਸੁਣ ਕਰਕੇ। ਸਭ ਫਲ ਸਤਿਗੁਰ ਪਾਸ। ਤੇ ਸਾਰੇ ਫਲ ਜਿਹੜੇ ਨੇ ਨਾ ਉਹ ਸਤਿਗੁਰੂ ਜੀ ਦੇ ਕੋਲ ਨੇ। ਜਿਤੜੇ ਫਲ ਮਨ ਵਾਂਚੀਏ ਤਿਤੜੇ ਸਤਿਗੁਰ ਪਾਸ। ਜਿੰਨੇ ਵੀ ਸਾਡਾ ਮਨ ਜਿਹੜਾ ਉਹ ਫਲਾਂ ਨੂੰ ਚਾਹੁੰਦਾ ਨਾ, ਮਨ ਇੱਛਤ ਫਲ, ਇਹ ਸਤਿਗੁਰੂ ਜੀ ਦੇ ਕੋਲ ਨੇ। ਤੇ ਜਿਹੜਾ ਸਤਿਗੁਰੂ ਨੂੰ ਮਿਲ ਪੈਂਦਾ ਹੈ, ਜਿਹੜਾ ਗੁਰੂ ਧਾਰਨ ਕਰ ਲੈਂਦਾ ਹੈ, ਫਿਰ ਉਹਨਾਂ ਨੂੰ ਭਾਈ ਇਹ ਫਲ ਪ੍ਰਾਪਤ ਹੁੰਦੇ ਨੇ। ਮੇਰਾ ਤੇਰਾ ਛੋਡੀਐ ਭਾਈ। ਭਾਈ ਮੇਰ ਤੇਰ ਛੱਡ, ਆ ਮੇਰਾ ਹੈ ਆ ਤੇਰਾ ਹੈ, ਇਹ ਜਿਹੜੀ ਮੇਰ ਤੇਰ ਦੀ ਹੰਗਤਾ ਮਮਤਾ ਇਹਦਾ ਤਿਆਗ ਕਰ। ਹੋਈਐ ਸਭ ਕੀ ਧੂੜ। ਅਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੋ, ਭਾਵ ਨਿਮਰਤਾ ਧਾਰਨ ਕਰ। ਘਟ ਘਟ ਬ੍ਰਹਮ ਪਸਾਰਿਆ ਭਾਈ। ਇਹ ਭਾਈ ਉਹ ਬ੍ਰਹਮ ਸਾਰੇ ਘਟਾਂ ਦੇ ਵਿੱਚ ਪਸਰਿਆ ਹੋਇਆ ਹੈ। ਸਾਰੇ ਸਰੀਰਾਂ ਦੇ ਵਿੱਚ ਉਹ ਬ੍ਰਹਮ ਵਸਿਆ ਹੋਇਆ ਹੈ। ਵੇਖਾ ਸੁਣੈ ਹਜੂਰ। ਮਹਾਰਾਜ ਉਹ ਕੰਮ ਕੀ ਕਰਦਾ ਹੈ ਜਿਹੜਾ ਸਾਰੇ ਸਰੀਰਾਂ ਵਿੱਚ ਵਸ ਰਿਹਾ ਹੈ? ਉਹ ਕੰਮ ਕੀ ਕਰਦਾ ਹੈ? ਇਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਪੇਖਾ ਸੁਣੈ ਹਜੂਰ। ਉਹ ਸਾਡੇ ਕੀਤੇ ਹੋਏ ਕਰਤੱਵਾਂ ਨੂੰ ਵੇਖਦਾ ਹੈ, ਇਹ ਕਿੰਨੇ ਕੰਮ ਚੰਗੇ ਕਰਦਾ ਹੈ, ਕਿੰਨੇ ਕੰਮ ਮਾੜੇ ਕਰਦਾ ਹੈ। ਸੰਗਤ ਜੀ ਉਹ ਸਾਡੇ ਕੀਤੇ ਹੋਏ ਕੰਮਾਂ ਨੂੰ ਵੇਖਦਾ ਹੈ, ਫਿਰ ਉਹ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਸੁਣਦਾ ਹੈ। ਇਸੇ ਕਰਕੇ ਹੀ ਹਜ਼ੂਰ ਨੇ ਕਿਹਾ ਹੈ ਨਾ, ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਭਾਈ ਉਹ ਤਾਂ ਸਾਡੇ ਨਾਲ ਹੈ,
ਇਉਂ ਕਹਿ ਲਈਏ ਵੀ ਪਰਮੇਸ਼ਰ ਦਾ ਉਹ ਕੈਮਰਾ ਜਿਹੜਾ ਨਾ ਉਹ 24 ਘੰਟੇ ਸਾਡੇ ਨਾਲ ਲੱਗਾ ਹੋਇਆ ਹੈ। ਜਿਵੇਂ ਆਪਾਂ ਕਿਸੇ ਮਕਾਨ ਦੇ ਵਿੱਚ ਕੈਮਰਾ 24 ਘੰਟੇ ਚਾਲੂ ਰੱਖਦੇ ਆ ਤੇ ਉਸ ਕੈਮਰੇ ਦੇ ਵਿੱਚ ਪਤਾ ਲੱਗ ਜਾਂਦਾ ਹੈ ਵੀ ਕੌਣ ਆਇਆ ਸੀ, ਕੌਣ ਗਿਆ ਸੀ, ਉਹਨੇ ਕੀ ਕੰਮ ਕੀਤਾ ਹੈ। ਇਸੇ ਤਰ੍ਹਾਂ ਹੀ ਉਹ ਜਿਹੜਾ ਕੈਮਰਾ ਪਰਮੇਸ਼ਰ ਦਾ ਫਿੱਟ ਹੋਇਆ ਨਾ ਸਾਡੇ ਅੰਦਰ ਸੰਗਤ ਜੀ, ਉਹ ਸਾਡੇ ਕੰਮਾਂ ਨੂੰ ਕੈਚ ਕਰਦਾ ਹੈ ਵੀ ਇਹ ਕੀ ਕੰਮ ਕਰਦੇ ਨੇ, ਤੇ ਫਿਰ ਉਹ ਸਾਡੀ ਆਵਾਜ਼ ਨੂੰ ਵੀ ਕੈਚ ਕਰਦਾ ਹੈ। ਭਾਵੇਂ ਅਸੀਂ ਦੁਨਿਆਵੀ ਪੱਖ ਤੋਂ ਸੰਗਤ ਜੀ ਇੱਕ ਦੂਜੇ ਤੋਂ ਓਹਲਾ ਕਰਕੇ ਨਾ ਤੇ ਕਈ ਵਾਰ ਕੰਨਾਂ ਦੇ ਵਿੱਚ ਵੀ ਗੱਲਾਂ ਕਰਦੇ ਆ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ, ਪਰ ਉਸ ਪਰਮੇਸ਼ਰ ਦੀ ਸੁਣਨ ਸ਼ਕਤੀ ਇੰਨੀ ਤੇਜ਼ ਹੈ ਵੀ ਭਾਵੇਂ ਤੁਸੀਂ ਕਿਸੇ ਕੰਨ ਦੇ ਵਿੱਚ ਵੀ ਗੱਲ ਕਰ ਲਓ ਤਾਂ ਵੀ ਸੁਣਦਾ ਹੈ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਉਹ ਸਦਾ ਹਜ਼ੂਰ ਹੈ, ਸਾਡੇ ਨਾਲ ਹੈ, ਸਾਡੇ ਕੰਮਾਂ ਨੂੰ ਵੇਖਦਾ ਹੈ, ਸਾਡੀਆਂ ਵਿਚਾਰਾਂ ਨੂੰ ਸੁਣਦਾ ਹੈ, ਤੇ ਫਿਰ ਉਹਦੇ ਤੋਂ ਮੁੱਕਰਿਆ ਨਹੀਂ ਜਾਣਾ। ਫਿਰ ਆਪਾਂ ਮੁੱਕਰ ਨਹੀਂ ਸਕਦੇ। ਚੋਰ ਨੇ ਚੋਰੀ ਕੀਤੀ ਹੋਵੇ, ਉਹਦੇ ਸਾਹਮਣੇ ਕੈਮਰਾ ਵਿਖਾਇਆ ਜਾਵੇ ਤੇ ਫਿਰ ਉਹ ਚੋਰ ਮੁੱਕਰੇਗਾ ਨਹੀਂ, ਕਿਉਂਕਿ ਉਹਦੀ ਮੂਰਤ ਚੋਰੀ ਕਰਦੇ ਦੇ ਸਾਰੇ ਕਰਤੱਵ ਜਿਹੜੇ ਉਹ ਕੈਮਰੇ ਵਿੱਚ ਕੈਚ ਹੋਏ ਨੇ, ਕਿਵੇਂ ਮੁੱਕਰੇਗਾ ਜੀ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਉਹਦਾ ਸਦਾ ਹੀ ਸੁਣਦਾ ਸਾਡੀਆਂ ਵਿਚਾਰਾਂ ਨੂੰ, ਸਦਾ ਹੀ ਸਾਡੇ ਕੀਤੇ ਹੋਏ ਕਰਤੱਵਾਂ ਨੂੰ ਵੇਖਦਾ ਹੈ, ਤੇ ਫਿਰ ਭਾਈ ਉਹਦੇ ਦਰ ਤੇ ਮੁੱਕਰ ਨਹੀਂ ਸਕਦੇ ਆਪਾਂ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ। ਇਹ ਭਾਈ ਜਿਸ ਦਿਨ ਪਾਰਾਵਾਰ ਤੋਂ ਰਹਿਤ ਬ੍ਰਹਮ ਵਿਸਰ ਜਾਵੇ, ਭੁੱਲ ਜਾਵੇ, ਤਿਤ ਦਿਨ ਮਰੀਐ ਝੂਰ। ਉਸ ਦਿਨ ਤਾਂ ਝੁਰ ਝੁਰ ਕੇ ਮਰੀਦਾ ਹੈ। ਜਿਵੇਂ ਬਾਬਾ ਫਰੀਦ ਜੀ ਨੇ ਅੰਕਿਤ ਕੀਤਾ ਹੈ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉ ਰਹਿਣ ਵਿਹਾਏ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਅੱਜ ਮੈਂ ਆਪਣੇ ਪਤੀ ਖੁਦਾ ਨਾਲ, ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਨਹੀਂ ਕਰ ਸਕੀ, ਪਰ ਉਹਨਾਂ ਦੁਹਾਗੜਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਕਦੇ ਪਤੀ ਦਾ ਆਨੰਦ ਮਾਣਿਆ ਹੀ ਨਹੀਂ। ਭਾਵ ਜਿਹੜੇ ਨਿਤਨੇਮੀ ਨੇ, ਅਭਿਆਸੀ ਨੇ, ਜੇ ਕਿਤੇ ਉਹਨਾਂ ਦਾ ਇੱਕ ਦਿਨ ਨਿਤਨੇਮ ਛੁੱਟ ਜਾਵੇ, ਇੱਕ ਦਿਨ ਅਭਿਆਸ ਨਾ ਹੋਵੇ, ਤੇ ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਅੱਜ ਸਾਡੀ ਮੌਤ ਹੋ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਿਤ ਦਿਨ ਮਰੀਆ ਝੂਰ, ਆਖਾਂ ਜੀਵਾਂ ਵਿਸਰੈ ਮਰ ਜਾਓ। ਪਰਮੇਸ਼ਰ ਦਾ ਆਕੜਾ ਜੀਵਨ ਹੈ, ਵਿਸਾਰ ਦੇਣਾ ਮੌਤ ਹੈ। ਜਿਤ ਦਿਨ ਵਾਹਿਗੁਰੂ ਵਿਸਰ ਜਾਂਦਾ ਹੈ ਉਸ ਦਿਨ ਤਾਂ ਭਾਈ ਝੁਰ ਝੁਰ ਕੇ ਮਰਦੇ ਨੇ। ਨਿਤਨੇਮੀ ਅਭਿਆਸੀ ਉਹ ਸਾਰਾ ਦਿਨ ਝੁਰਦੇ ਰਹਿੰਦੇ ਨੇ, ਅੱਜ ਮੇਰਾ ਨਿਤਨੇਮ ਰਹਿ ਗਿਆ, ਅੱਜ ਮੈਂ ਨਿਤਨੇਮ ਨਹੀਂ ਕਰ ਸਕਿਆ, ਅੱਜ ਮੈਂ ਸਿਮਰਨ ਭਜਨ ਨਹੀਂ ਕੀਤਾ। ਉਹ ਇਉਂ ਹੀ ਇਹਨੂੰ ਵਿਚਾਰ ਕੇ ਝੁਰਦੇ ਰਹਿੰਦੇ ਨੇ। ਕਰਨ ਕਰਾਵਨ ਸਮਰੱਥੋ ਭਾਈ। ਇਹ ਭਾਈ ਪਰਮੇਸ਼ਰ ਸਾਰੇ ਕਾਰਨਾਂ ਦੇ ਕਰਨ ਨੂੰ ਅਤੇ ਜੀਵਾਂ ਦੇ ਪਾਸੋਂ ਕਰਾਉਣ ਨੂੰ ਸਮਰੱਥ ਹੈ। ਸਰਬ ਕਲਾ ਭਰਪੂਰ। ਉਹ ਸਰਬ ਕਲਾ ਭਰਪੂਰ ਹੈ, ਭਾਵ ਸਾਰੀਆਂ ਤਾਕਤਾਂ ਦੇ ਨਾਲ
ਲਬਾ ਲਬ ਭਰਿਆ ਹੋਇਆ ਪ੍ਰੇਮ ਪਦਾਰਥ ਨਾਮ ਹੈ ਭਾਈ। ਭਾਈ ਪਰਮੇਸ਼ਰ ਦਾ ਨਾਮ ਹੀ ਪ੍ਰੇਮ ਪਦਾਰਥ ਹੈ। ਮਾਇਆ ਮੋਹ ਵਿਨਾਸ਼, ਇਹ ਨਾਮ ਦੁਆਰਾ ਜੋ ਪ੍ਰੇਮ ਪਦਾਰਥ ਪ੍ਰਾਪਤ ਹੁੰਦਾ ਹੈ ਮਾਇਆ ਦੇ ਮੋਹ ਨੂੰ ਨਾਸ਼ ਕਰਦਾ। ਤਿਸ ਭਾਵੈ ਤਾਂ ਮੇਲ ਲਏ ਭਾਈ। ਜੇ ਉਸ ਵਾਹਿਗੁਰੂ ਨੂੰ ਭਾ ਜਾਵੇ ਤਾਂ ਫਿਰ ਭਾਈ ਉਹ ਪਰਮੇਸ਼ਰ ਇਸ ਜੀਵ ਨੂੰ ਆਪਣੇ ਨਾਲ ਮੇਲ ਲੈਂਦਾ। ਹਿਰਦੈ ਨਾਮ ਨਿਵਾਸ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕ ਗਿਆ, ਉਹ ਨਾਮੀ ਦਾ ਸਰੂਪ ਹੋ ਗਏ। ਗੁਰਮੁਖ ਕਮਲ ਪ੍ਰਗਾਸੀਐ ਭਾਈ। ਹੇ ਭਾਈ ਗੁਰਮੁਖਾਂ ਦਾ ਹਿਰਦਾ ਰੂਪੀ ਕਮਲ ਜਿਹੜਾ ਹੈ ਨਾ, ਉਹ ਗੁਰੂ ਦੇ ਸ਼ਬਦ ਨਾਲ ਖੜਾਵਟ ਵਿੱਚ ਆਇਆ। ਹਿਰਦੈ ਹੋਵੇ ਪ੍ਰਗਾਸ, ਉਹਨਾਂ ਦੇ ਹਿਰਦੇ ਵਿੱਚ ਵੀ ਬ੍ਰਹਮ ਗਿਆਨ ਦਾ ਪ੍ਰਗਾਸ਼ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ। ਹੇ ਭਾਈ ਪ੍ਰਭੂ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਹੀ ਪ੍ਰਗਟ ਹੋ ਰਿਹਾ ਹੈ। ਮੌਲਿਆ ਧਰਤ ਆਕਾਸ਼, ਧਰਤੀ ਤੇ ਆਕਾਸ਼ ਇਹ ਵੀ ਮੌਲ ਗਏ, ਇਹ ਵੀ ਖੜਾਵਟ ਵਿੱਚ ਆਏ ਨੇ। ਮੌਲੀ ਧਰਤੀ, ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ। ਜਿਵੇਂ ਬਸੰਤ ਦੇ ਸਮੇਂ ਵਿੱਚ ਸੰਗਤ ਜੀ ਸਾਰੀ ਬਨਾਸਪਤੀ ਮੌਲ ਜਾਂਦੀ ਹੈ ਨਾ, ਖੜਾਵਟ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਹਜੂਰ ਕਹਿੰਦੇ ਨੇ ਭਾਈ ਪ੍ਰਭੂ ਦੇ ਪ੍ਰਤਾਪ ਨੂੰ ਜੋ ਸਾਰੇ ਪ੍ਰਗਟ ਹੋ ਰਿਹਾ ਹੈ, ਵੇਖ ਕਰਕੇ ਧਰਤੀ ਤੇ ਆਕਾਸ਼ ਵੀ ਮੌਲ ਗਿਆ ਹੈ, ਖੜਾਵਟ ਵਿੱਚ ਆ ਗਿਆ। ਗੁਰਪੂਰੈ ਸੰਤੋਖਿਆ ਭਾਈ। ਹੇ ਭਾਈ ਪੂਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਸੰਤੋਖ ਦੀ ਦਾਤ ਬਖਸ਼ੇ। ਅਹਨਿਸ ਲਾਗਾ ਪਾਓ, ਹੁਣ ਦਿਨੇ ਰਾਤ ਸਾਡਾ ਭਾਉ ਪ੍ਰੇਮ ਵਾਹਿਗੁਰੂ ਨਾਲ ਲੱਗਾ। ਰਸਨਾ ਰਾਮ ਰਵੈ ਸਦਾ ਭਾਈ। ਹੇ ਭਾਈ ਹੁਣ ਸਾਡੀ ਜਿਹੜੀ ਰਸਨਾ ਹੈ ਨਾ, ਇਹ ਰਮੇ ਹੋਏ ਰਾਮ ਪਰਮੇਸ਼ਰ ਦਾ ਸਦਾ ਹੀ ਉਚਾਰਨ ਕਰਦੀ ਰਹਿੰਦੀ ਹੈ। ਸਾਚਾ ਸਾਧ ਸੁਆਓ, ਇਹੀ ਇਹਦਾ ਸੁਭਾਅ ਪ੍ਰਯੋਜਨ ਹੈ ਕਿ ਇਹਨੂੰ ਸੱਚਾ ਸਾਧ ਵਾਹਿਗੁਰੂ ਦਾ ਸੱਚਾ ਆਨੰਦ ਪ੍ਰਾਪਤ ਹੋਇਆ। ਕਰਨੀ ਸੁਣ ਸੁਣ ਜੀਵਿਆ ਭਾਈ। ਹੇ ਭਾਈ ਕੰਨਾਂ ਨਾਲ ਵਾਹਿਗੁਰੂ ਦੀ ਉਪਮਾ, ਉਹਦੀ ਵਡਿਆਈ ਸੁਣ ਸੁਣ ਕੇ ਜੀਉਂਦੇ ਆ। ਨੇਹ ਚਲ ਪਾਇਆ ਥਾਓ, ਅਤੇ ਅਚਲ ਥਾਂ ਦੀ ਪ੍ਰਾਪਤੀ ਕਰ ਲਈ। ਜਿਸ ਪਰ ਤੀਤ ਨਾ ਆਵਈ ਭਾਈ। ਹੇ ਭਾਈ ਜਿਨ੍ਹਾਂ ਜੀਵਾਂ ਨੂੰ ਸਤਿਗੁਰੂ ਤੇ ਪਰਮੇਸ਼ਰ ਤੇ ਭਰੋਸਾ ਨਹੀਂ ਆਇਆ, ਸੋ ਜੀੜਾ ਜਲ ਜਾਓ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਜੀੜਾ ਜਿਹੜਾ ਨਾ ਉਹ ਜਲ ਜਾਵੇ, ਸੜ ਜਾਵੇ। ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਉਹਨਾਂ ਦਾ ਕੀ ਫਾਇਦਾ ਹੈ, ਉਹ ਤਾਂ ਸੜ ਜਾਣ। ਜਿਨ੍ਹਾਂ ਦਾ ਗੁਰੂ ਤੇ ਵਿਸ਼ਵਾਸ ਹੀ ਨਹੀਂ ਉਹਨਾਂ ਨੂੰ ਕਿਤੇ ਵੀ ਕੁਝ ਪ੍ਰਾਪਤ ਨਹੀਂ ਹੋ ਸਕਦਾ। ਬਹੁ ਗੁਣ ਮੇਰੇ ਸਾਹਿਬੈ ਭਾਈ। ਹੇ ਭਾਈ ਮੇਰੇ ਮਾਲਕ ਦੇ ਬਹੁਤ ਗੁਣ ਹਨ, ਹਉ ਤਿਸ ਕੈ ਬਲ ਜਾਓ। ਮੈਂ ਆਪਣੇ ਮਾਲਕ ਤੋਂ ਬਲਿਹਾਰ ਜਾਂਦਾ। ਉਹ ਨਿਰਗੁਣਿਆਰੇ ਪਾਲਦਾ ਭਾਈ। ਹੇ ਭਾਈ ਉਹ ਤਾਂ ਨਿਰਗੁਣਿਆਰੇ ਜਿਹੜੇ ਨੇ ਨਾ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ,
ਪਰਮਾਤਮਾ ਨੇ ਸਾਡੇ ਤੇ ਬੇਅੰਤ ਗੁਣ ਕੀਤੇ ਨੇ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਣ ਤੂੰ ਸਾਜ ਸਵਾਰ ਚੀ ਗਾਰਿਆ, ਗਰਭ ਅਗੜ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਣ, ਮੁਖ ਅਪਿਆਓ ਬੈਠ ਕੋ ਦੈਣ। ਇੰਨੇ ਗੁਣ ਵਾਹਿਗੁਰੂ ਨੇ ਸਾਡੇ ਤੇ ਕੀਤੇ। ਤੇ ਹਜ਼ੂਰ ਕਹਿੰਦੇ ਨੇ ਇਹ ਨਿਰਗੁਣ, ਗੁਣ ਕਛੂ ਨਾ ਬੂਝੈ। ਮਹਾਰਾਜ ਇਹ ਨਿਰਗੁਣਿਆਰਾ ਹੈ, ਇਹ ਤੁਹਾਡੇ ਕੀਤੇ ਹੋਏ ਗੁਣਾਂ ਨੂੰ ਸਮਝਦਾ ਨਹੀਂ। ਬਖਸ਼ ਲੈ ਹੋ ਤਉ ਨਾਨਕ ਸੀਜੈ। ਮਹਾਰਾਜ ਤੁਸੀਂ ਇਹਨੂੰ ਬਖਸ਼ ਲਵੋ, ਇਹਨੂੰ ਸੋਝੀ ਬਖਸ਼ਿਸ਼ ਕਰੋ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਉਹ ਪਰਮੇਸ਼ਰ ਇੰਨਾ ਦਿਆਲੂ ਹੈ, ਜਿਹੜੇ ਉਹਦੇ ਗੁਣਾਂ ਨੂੰ ਨਹੀਂ ਜਾਣਦੇ, ਕਦੇ ਉਪਮਾ ਨਹੀਂ ਕਰਦੇ, ਉਹਦਾ ਸਿਮਰਨ ਭਜਨ ਨਹੀਂ ਕਰਦੇ, ਉਹਨਾਂ ਨਿਰਗੁਣਿਆਰਿਆਂ ਦੀ ਵੀ ਉਹ ਪਾਲਣਾ ਕਰਦਾ। ਦੇ ਨਿਥਾਵੇ ਥਾਓ, ਅਤੇ ਜਿਨ੍ਹਾਂ ਦਾ ਕੋਈ ਘਰ ਘਾਟ ਨਹੀਂ, ਉਹਨਾਂ ਨੂੰ ਉਹ ਘਰ ਘਾਟ ਬਖਸ਼ਣ ਵਾਲਾ ਹੈ। ਰਿਜਕ ਸੰਭਾਹੇ ਸਾਸ ਸਾਸ ਪਾਈ, ਭਾਈ ਸਾਹ ਸਾਹ ਦੇ ਨਾਲ ਉਹ ਪਰਮੇਸ਼ਰ ਸਾਰਿਆਂ ਨੂੰ ਰਿਜਕ ਦਿੰਦਾ। ਊੜਾ ਜਾ ਕਾ ਨਾਉ, ਜਿਸ ਪਰਮੇਸ਼ਰ ਦਾ ਨਾਮ ਬਹੁਤ ਗੂੜੇ ਆਨੰਦ ਵਾਲਾ ਹੈ। ਜਿਸ ਗੁਰ ਸਾਚਾ ਭੇਟੀਐ ਭਾਈ, ਹੇ ਭਾਈ ਜਿਨ੍ਹਾਂ ਨੂੰ ਸੱਚੇ ਗੁਰੂ ਦਾ ਮਿਲਾਪ ਹੋ ਗਿਆ, ਪੂਰਾ ਤਿਸ ਕਰਮਾਓ। ਉਹਨਾਂ ਦੇ ਕਰਮ ਪੂਰੇ ਨੇ, ਉਹਨਾਂ ਦੇ ਭਾਗ ਚੰਗੇ ਨੇ। ਤਿਸ ਬਿਨ ਘੜੀ ਨਾ ਜੀਵੀਐ ਭਾਈ, ਹੇ ਭਾਈ ਉਸ ਪਰਮੇਸ਼ਰ ਤੋਂ ਬਗੈਰ ਇੱਕ ਘੜੀ ਵੀ ਨਹੀਂ ਜੀਵਿਆ ਜਾਂਦਾ। ਸਰਬ ਕਲਾ ਭਰਪੂਰ, ਉਹ ਸਰਬ ਕਲਾ ਭਰਪੂਰ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਸਾਸ ਗਿਰਾਸ ਨ ਵਿਸਰੈ ਭਾਈ, ਭਾਈ ਉਹ ਸਾਹ ਲੈਂਦਿਆਂ ਅਤੇ ਗਰਾਸ ਭੋਜਨ ਛਕਦਿਆਂ ਵੀ ਵਾਹਿਗੁਰੂ ਸਾਨੂੰ ਭੁੱਲੇ ਨਾ। ਵੇਖੋ ਸਦਾ ਹਜੂਰ, ਅਤੇ ਉਸ ਮਾਲਕ ਨੂੰ ਸਦਾ ਹੀ ਆਪਣੇ ਕੋਲ ਵੇਖੀਏ। ਸਾਧੂ ਸੰਗ ਮਿਲਾਇਆ ਭਾਈ, ਹੇ ਭਾਈ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਗੁਰੂ ਕੀ ਸੰਗਤ ਵਿੱਚ ਮਿਲਾ ਦਿੱਤਾ। ਸਰਬ ਰਹਿਆ ਭਰਪੂਰ, ਉਹ ਤਾਂ ਸਾਰੇ ਲਬਾ ਲਬ ਭਰਪੂਰ ਹੋ ਰਿਹਾ ਹੈ। ਜਿਨਾ ਪ੍ਰੀਤ ਨ ਲੱਗੀਆ ਭਾਈ, ਜਿਨ੍ਹਾਂ ਦੀ ਭਾਈ ਵਾਹਿਗੁਰੂ ਨਾਲ ਪ੍ਰੀਤ ਨਹੀਂ ਲੱਗੀ, ਸੇ ਨਿਤ ਨਿਤ ਮਰਦੇ ਝੂਰ। ਉਹ ਨਿਤਾ ਪ੍ਰਤੀ ਰੋਜ਼ਾਨਾ ਝੂਰ ਝੂਰ ਕੇ ਮਰਦੇ ਨੇ। ਅੰਚਲ ਲਾਏ ਤਰਾਇਆ ਭਾਈ, ਹੇ ਭਾਈ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਆਪਣੇ ਪੱਲੇ ਲਾ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਕੀਤਾ। ਭਉ ਜਲ ਦੁਖ ਸੰਸਾਰ, ਇਹ ਸੰਸਾਰ ਜਿਹੜਾ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ, ਭੈ ਦਾ ਜਾਲਿਆ ਜਿਸ ਵਿੱਚ, ਇਹਦੇ ਤੋਂ ਵਾਹਿਗੁਰੂ ਨੇ ਸਾਨੂੰ ਆਪਣੇ ਪੱਲੇ ਲਾ ਕੇ ਪਾਰ ਕਰ ਦਿੱਤਾ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਇਹ ਭਾਈ ਕਿਰਪਾ ਕਰਕੇ ਵਾਹਿਗੁਰੂ ਨੇ ਕਿਰਪਾ ਭਰੀ ਮਿਹਰ ਭਰੀ ਨਿਗਾਹ ਦੇ ਨਾਲ ਸਾਨੂੰ ਤੱਕਿਆ। ਕੀਤੋਨ ਅੰਗ ਅਪਾਰ, ਪਾਰਾਵਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਨੇ ਸਾਡਾ ਅੰਗ ਪੱਖ ਕੀਤਾ। ਮਨ ਤਨ ਸੀਤਲ ਹੋਇਆ ਭਾਈ, ਇਹ ਭਾਈ ਹੁਣ ਸਾਡਾ ਮਨ ਤੇ ਤਨ ਜਿਹੜਾ ਨਾ ਇਹ ਸ਼ਾਂਤ ਹੋ ਗਿਆ। ਭੋਜਨ ਨਾਮ ਆਧਾਰ, ਜਦੋਂ ਦਾ ਅਸੀਂ ਨਾਮ ਰੂਪੀ ਭੋਜਨ ਦਾ ਆਸਰਾ ਲਿਆ ਹੈ, ਉਦੋਂ ਦਾ ਸਾਡਾ ਹੁਣ ਮਨ ਤੇ ਤਨ ਸ਼ਾਂਤ ਹੈ। ਨਾਨਕ ਤਿਸ ਸਰਨਾਗਤੀ ਪਾਈ, ਹੇ ਭਾਈ ਹਜੂਰ ਕਹਿੰਦੇ ਅਸੀਂ ਉਸ ਵਾਹਿਗੁਰੂ ਦੀ ਚਰਨ ਵਿੱਚ ਆਏ ਹਾਂ। ਜੇ ਕਿਲ ਬਿਖ ਕਾਟਨ ਹਾਰ, ਜੋ ਵਾਹਿਗੁਰੂ ਪਰਮੇਸ਼ਰ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ, ਅਸੀਂ ਉਹਦੀ ਚਰਨ ਵਿੱਚ ਆਏ ਹਾਂ। ਤੇ ਤੁਸੀਂ ਵੀ ਭਾਈ ਉਸ ਮਾਲਕ ਦੀ ਸ਼ਰਨ ਗ੍ਰਹਿਣ ਕਰੋ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਸੰਗਤ ਜੀ ਅੱਜ ਆਪਾਂ ਨੂੰ ਬਖਸ਼ਿਸ਼ ਕੀਤੀ ਸੀ।
ਆਓ ਪਿਆਰ ਸਹਿਤ ਚੱਲ ਰਹੀ ਲੜੀਵਾਰ ਕਥਾ ਰਾਗ ਰਾਮ ਕਲੀ ਵਿੱਚ ਆਨੰਦ ਸਾਹਿਬ ਜੀ ਦੀ ਬਾਣੀ ਦੇ ਸਰਲੇਖ ਹੇਠ ਹੈ। ਆਓ ਪਿਆਰ ਸਹਿਤ ਸਰਵਣ ਕਰੀਏ ਜੀ। ਏ ਨੇਤਰੋ ਮੇਰੇ ਹੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪੌੜੀ ਵਿੱਚ ਅੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਐ ਮੇਰੀਓ ਅੱਖੋ, ਐ ਮੇਰੇ ਨੇਤਰੋ, ਹਰ ਤੁਮ ਮਹਿ ਜੋਤ ਧਰੀ। ਹਰੀ ਪਰਮੇਸ਼ਰ ਨੇ ਆਪਣੀ ਜੋਤ ਤੁਹਾਡੇ ਅੰਦਰ ਰੱਖੀ ਹੈ। ਵੇਖਣ ਵਾਸਤੇ ਵਾਹਿਗੁਰੂ ਨੇ ਤੁਹਾਨੂੰ ਜੋਤ ਬਖਸ਼ਿਸ਼ ਕੀਤੀ ਹੈ। ਹਰ ਬਿਨ ਆਵਰ ਨਾ ਦੇਖੋ ਕੋਈ। ਇਹ ਸੰਗਤ ਜੀ ਜਦੋਂ ਉਹ ਆਪਣੀ ਜੋਤ ਨੂੰ ਖਿੱਚਦਾ ਹੈ ਨਾ ਤੇ ਫਿਰ ਕੋਈ ਡਾਕਟਰ ਇਸ ਬੰਦੇ ਦੀਆਂ ਅੱਖਾਂ ਠੀਕ ਨਹੀਂ ਕਰ ਸਕਦਾ। ਭਾਵੇਂ ਜਿੰਨੇ ਮਰਜ਼ੀ दारू ਵਰਤੀ ਜਾਵੇ, ਜਿੰਨੇ ਮਰਜ਼ੀ ਇਹ ਆਪਰੇਸ਼ਨ ਕਰਵਾਈ ਜਾਵੇ, ਫਿਰ ਡਾਕਟਰ ਕਹਿੰਦੇ ਜੀ ਮਗਰ ਹੀ ਜੋਤ ਨਹੀਂ ਹੈਗੀ। ਮਗਰ ਕਿਸੇ ਦੀ ਜੋਤ ਭੇਜੀ ਸੀ ਨਾ ਪਹਿਲਾਂ ਜੀ, ਤੇ ਹੁਣ ਉਹ ਜੋਤ ਖਤਮ ਹੋ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਐ ਨੇਤਰੋ ਤੁਹਾਡੇ ਅੰਦਰ ਜੋਤ ਟਿਕਾਈ ਸੀ, ਉਸ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਨਾ ਵੇਖੋ। ਹਰ ਬਿਨ ਆਵਰ ਨਾ ਦੇਖੋ ਕੋਈ। ਹਰੀ ਤੋਂ ਬਗੈਰ ਹੋਰ ਕਿਸੇ ਨੂੰ ਨਾ ਵੇਖੋ। ਸਾਰਿਆਂ ਸਰੀਰਾਂ ਦੇ ਵਿੱਚ ਉਹਦਾ ਨਿਵਾਸ ਹੈ। ਕਿਸੇ ਦੇ ਪਰਾਏ ਧਨ ਵੱਲੇ, ਕਿਸੇ ਪਰਾਏ ਦੇ ਤਨ ਵੱਲੇ ਮਾੜੀ ਅਤੇ ਮੈਲੀ ਨਿਗਾਹ ਕਰਕੇ ਨਾ ਵੇਖੋ। ਜੇ ਤੁਸੀਂ ਵੇਖਦੇ ਹੋ ਨਾ ਤੇ ਭਾਈ ਇਉਂ ਵਿਚਾਰਿਆ ਕਰੋ ਵੀ ਪਰਮੇਸ਼ਰ ਨੇ ਕਿੱਡੇ ਕਿੱਡੇ ਸੋਹਣੇ ਸਰੀਰ ਬਣਾਏ ਨੇ, ਇਹ ਕਿੱਡੀ ਸੁੰਦਰਤਾਈ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਜੇ ਮੈਲੀ ਨਿਗਾਹ ਨਾਲ ਵੇਖੋਗੇ ਤੇ ਮਨ ਵਿਕਾਰਾਂ ਵਿੱਚ ਜਾਵੇਗਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹਰੀ ਪਰਮੇਸ਼ਰ ਤੋਂ ਬਗੈਰ ਭਾਈ ਹੋਰ ਕਿਸੇ ਵੱਲੇ ਨਾ ਤੱਕੋ। ਨਦਰੀ ਹਰ ਨਿਹਾਲਿਆ। ਨਦਰੀ ਹਰ ਨਿਹਾਲਿਆ, ਅੱਖਾਂ ਦੇ ਨਾਲ ਵਾਹਿਗੁਰੂ ਨੂੰ ਵੇਖਣਾ ਕੀਤਾ। ਇਹੋ ਵਿਸ ਸੰਸਾਰ ਤੁਮ ਦੇਖਦੇ। ਇਹ ਜੋ ਸਾਰਾ ਸੰਸਾਰ ਤੁਸੀਂ ਵੇਖਦੇ ਹੋ, ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਵਿਸ ਦਾ ਅਰਥ ਕੀਤਾ ਸਾਰਾ, ਤੇ ਵਿਸ ਦਾ ਅਰਥ ਜ਼ਹਿਰ ਵੀ ਹੈ। ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਨੂੰ ਜੋ ਤੁਸੀਂ ਜ਼ਹਿਰ ਰੂਪ ਵੇਖਦੇ ਹੋ ਨਾ, ਇਹ ਜ਼ਹਿਰ ਰੂਪ ਨਹੀਂ। ਇਹੋ ਹਰਿ ਕਾ ਰੂਪ ਹੈ। ਇਹ ਸੰਸਾਰ ਤਾਂ ਹਰੀ ਦਾ ਰੂਪ ਸਰੂਪ ਹੈ। ਹਰ ਰੂਪ ਨਦਰੀ ਆਇਆ। ਜਦੋਂ ਗੁਰੂ ਨੇ ਕਿਰਪਾ ਕੀਤੀ ਤੇ ਫਿਰ ਇਹ ਸੰਸਾਰ ਹਰੀ ਦਾ ਰੂਪ ਹੀ ਸਾਨੂੰ ਦਿਸਿਆ। ਗੁਰ ਪ੍ਰਸਾਦੀ ਬੁਝਿਆ। ਗੁਰੂ ਦੀ ਕਿਰਪਾ ਦੇ ਨਾਲ ਅਸੀਂ ਸਮਝ ਲਿਆ। ਜਾ ਵੇਖਾ ਹਰ ਇੱਕ ਹੈ। ਹੁਣ ਜਦੋਂ ਵੀ ਵੇਖਦੇ ਹਾਂ ਤੇ ਇੱਕ ਹਰੀ ਨੂੰ ਵੇਖਦੇ ਆ। ਹਰ ਬਿਨ ਅਵਰ ਨਾ ਕੋਈ। ਹਰੀ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਸਾਨੂੰ ਦਿਸਦਾ ਹੀ ਨਹੀਂ। ਜਿਵੇਂ ਨਾਮਦੇਵ ਜੀ ਨੂੰ ਕਈ ਵਾਰ ਦਰਸ਼ਨ ਹੋਏ ਸੰਗਤ ਜੀ, ਭਾਵੇਂ ਉਹ ਕੂਕਰ ਦੇ ਵਿੱਚ ਹੋਏ, ਜਦੋਂ ਕੁੱਤਾ ਰੋਟੀਆਂ ਲੈ ਕੇ ਭੱਜ ਗਿਆ ਤੇ ਉਦੋਂ ਵੀ ਆਖਿਆ ਪਰਮੇਸ਼ਰ ਜੀ ਮੈਂ ਚੋਪੜੀ ਖਾਂਦਾ ਹਾਂ ਤੇ ਤੁਸੀਂ ਹਣ ਚੋਪੜੀ ਖਾਓਗੇ, ਖਲੋ ਜਾਓ ਮੈਂ ਤੁਹਾਨੂੰ ਚੋਪੜ ਦਿਆਂ। ਉਹਨਾਂ ਨੂੰ ਫਿਰ ਸਾਰੇ ਕਣ ਕਣ ਦੇ ਵਿੱਚ ਵਾਹਿਗੁਰੂ ਹੀ ਦਿਸਦਾ। ਕਹੈ ਨਾਨਕ ਇਹ ਨੇਤਰ ਅੰਧ ਸੇ। ਹਜ਼ੂਰ ਕਹਿੰਦੇ ਭਾਈ ਇਹ ਨੇਤਰ ਅਗਿਆਨਤਾ ਕਰਕੇ ਅੰਨੇ ਸਨ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹੁਣ ਸਤਿਗੁਰੂ ਦਾ ਮਿਲਾਪ ਹੋਇਆ ਹੈ ਤੇ ਸਾਡੀ ਦ੍ਰਿਸ਼ਟੀ ਵੱਡੀ ਹੋ ਗਈ ਹੈ। ਦਿਵ ਦਾ ਅਰਥ ਵਿਦਵਾਨਾਂ ਨੇ ਕੀਤਾ ਵੱਡੀ। ਦਿਵ ਦਾ ਅਰਥ ਹੁੰਦਾ ਪ੍ਰਕਾਸ਼ ਵਾਲੀ। ਹੁਣ ਇਹਦੇ ਅੰਦਰ ਪ੍ਰਕਾਸ਼ ਆ ਗਿਆ ਹੈ। ਸਾਡੀ ਦ੍ਰਿਸ਼ਟੀ ਦੇ ਵਿੱਚ ਐਸਾ ਪ੍ਰਕਾਸ਼ ਆ ਗਿਆ ਹੈ ਕਿ ਅਸੀਂ ਹੁਣ ਹੋਰ ਕਿਸੇ ਨੂੰ ਤੱਕਦੇ ਹੀ ਨਹੀਂ। ਇਹ ਸ਼ਰਵਣੋ ਮੇਰੇ ਹੋ। ਸੱਚੇ ਪਾਤਸ਼ਾਹ ਜੀ ਕੰਨਾਂ ਰਾਹੀਂ ਉਪਦੇਸ਼ ਦਿੰਦੇ ਨੇ। ਐ ਮੇਰੇ ਕੰਨੋਂ ਸਾਚੈ ਸੁਣਨੈ ਨੂੰ ਪਠਾਏ। ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਜੀ ਨੂੰ
ਨਾਮ ਬਾਣੀ ਸਰਵਣ ਕਰਨ ਵਾਸਤੇ ਭੇਜਿਆ ਹੈ। ਸਾਚੈ ਸੁਣਨੈ ਨੋ ਪਠਾਏ। ਸੱਚੇ ਵਾਹਿਗੁਰੂ ਨੇ ਆਪ ਜੀ ਨੂੰ ਨਾਮ ਸਰਵਣ ਕਰਨ ਵਾਸਤੇ ਭੇਜਿਆ। ਸਰੀਰ ਲਾਏ। ਇਸ ਸਰੀਰ ਦੇ ਨਾਲ ਲਾ ਕੇ ਤੁਹਾਨੂੰ ਉੱਚੀ ਥਾਂ ਤੇ ਜਗ੍ਹਾ ਦਿੱਤੀ ਹੈ ਪਰਮੇਸ਼ਰ ਨੇ। ਮਹਾਰਾਜ ਕੰਨਾਂ ਨੂੰ ਕਹਿੰਦੇ ਨੇ, ਐ ਕੰਨੋ ਐ ਮੇਰੇ ਸਰਵਣੋ, ਵਾਹਿਗੁਰੂ ਨੇ ਤੁਹਾਨੂੰ ਸਾਰੇ ਸਰੀਰ ਨਾਲ ਉੱਚੀ ਥਾਂ ਤੇ ਲਾਇਆ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਵਾਹਿਗੁਰੂ ਦੇ ਨਾਮ ਨੂੰ ਸੁਣ ਸਕੋ। ਵਾਹਿਗੁਰੂ ਨੇ ਭੇਜਿਆ ਹੀ ਤੁਹਾਨੂੰ ਇਸੇ ਕਰਕੇ ਹੈ, ਨਾਮ ਬਾਣੀ ਸਰਵਣ ਕਰਨ ਵਾਸਤੇ। ਸੁਣੋ ਸਤ ਬਾਣੀ। ਤੁਸੀਂ ਸਤ ਸਰੂਪ ਵਾਹਿਗੁਰੂ ਦੀ ਸੱਚੀ ਬਾਣੀ ਸਰਵਣ ਕਰੋ। ਪਰ ਹੋਇਆ ਇਸ ਦੇ ਉਲਟ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਬੋਲੇ ਹੋ ਗਏ ਸੰਗਤ ਜੀ, ਨਿੰਦਿਆ ਸੁਣ ਸੁਣ ਕੇ। ਲੋਕਾਂ ਦੀ ਨਿੰਦਿਆ ਦੀ ਮੈਲ ਜਿਹੜੀ ਸੀ ਉਹ ਸਾਡੇ ਕੰਨਾਂ ਵਿੱਚ ਵੜ ਗਈ ਤੇ ਸਾਨੂੰ ਹੁਣ ਸੁਣਨਾ ਵੀ ਔਖਾ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਣੋ ਸਤ ਬਾਣੀ, ਹੇ ਮੇਰੇ ਕੰਨੋ ਤੁਸੀਂ ਭਾਈ ਸੱਚੀ ਬਾਣੀ ਸਰਵਣ ਕਰੋ। ਜਿਤ ਸੁਣੀ ਮਨ ਤਨ ਹਰਿਆ ਹੋਆ। ਜਿਸ ਬਾਣੀ ਦੇ ਸਰਵਣ ਕੀਤਿਆ ਮਨ ਤੇ ਤਨ ਖੜਾਵਟ ਵਿੱਚ ਆ ਜਾਂਦਾ। ਰਸਨਾ ਰਸ ਸਮਾਣੀ। ਅਤੇ ਰਸਨਾ ਜਿਹੜੀ ਭਾਈ ਇਹ ਰਸ ਵਿੱਚ ਵਾਹਿਗੁਰੂ ਦੇ ਆਨੰਦ ਵਿੱਚ ਸਮਾ ਗਈ। ਸੱਚ ਅਲਖ ਵਿਡਾਣੀ। ਸੱਚ ਸਰੂਪ ਪਰਮਾਤਮਾ ਜਿਹੜਾ ਉਹ ਲਖਿਆ ਨਹੀਂ ਜਾਂਦਾ ਸੰਗਤ ਜੀ, ਉਹ ਵਿਡਾਣੀ ਅਸਚਰਜ ਹੈ। ਤਾਂ ਕੀ ਗਤ ਕਹੀ ਨਾ ਜਾਏ। ਉਹਦੀ ਪ੍ਰਾਪਤੀ ਦੀ, ਉਹਦੀ ਮਰਜ਼ਾਦਾ ਦੀ ਸੰਗਤ ਜੀ ਕੋਈ ਵੀ ਗਤ ਜਿਹੜੀ ਉਹ ਕਥਨ ਨਹੀਂ ਕੀਤੀ ਜਾ ਸਕਦੀ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ। ਹਜੂਰ ਕਥਨ ਕਰਦੇ ਨੇ, ਐ ਮੇਰੇ ਕੰਨੋ ਤੁਸੀਂ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਸਰਵਣ ਕਰੋ। ਪਵਿੱਤਰ ਹੋਵੋ। ਜਦੋਂ ਤੁਸੀਂ ਨਾਮ ਨੂੰ ਸਰਵਣ ਕਰੋਗੇ ਤੇ ਤੁਸੀਂ ਪਵਿੱਤਰ ਹੋ ਜਾਵੋਗੇ। ਤੁਹਾਡੇ ਇਹ ਕੰਨ ਪਵਿੱਤਰ ਹੋਣਗੇ ਜੇ ਤੁਸੀਂ ਬਾਣੀ ਸਰਵਣ ਕਰੋਗੇ ਤਾਂ। ਜੇ ਤੁਸੀਂ ਵਾਹਿਗੁਰੂ ਦਾ ਜਸ ਸਰਵਣ ਕਰੋਗੇ। ਸਾਚੈ ਸੁਣਨੈ ਨੋ ਪਠਾਏ। ਵਾਹਿਗੁਰੂ ਨੇ ਨਾਮ ਸੁਣਨ ਵਾਸਤੇ ਹੀ ਤੁਹਾਨੂੰ ਭੇਜਿਆ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ। ਪਰਮੇਸ਼ਰ ਨੇ ਸੰਗਤ ਜੀ ਇਸ ਜੀਵ ਨੂੰ, ਜਿੰਦ ਨੂੰ ਮਾਤਾ ਦੇ ਗਰਭ ਰੂਪੀ ਗੁਫਾ ਅੰਦਰ ਵਿੱਚ ਰੱਖ ਕੇ ਵਾਜਾ ਪਵਨ ਵਜਾਇਆ। ਤੇ ਜਦੋਂ ਇਹਦਾ ਸਮਾਂ ਪੂਰਾ ਹੋਇਆ ਫਿਰ ਵਾਹਿਗੁਰੂ ਨੇ ਪਰਸੂਤਾ ਰੂਪੀ ਹਵਾ ਚਲਾ ਕੇ ਇਹ ਵਾਜਾ ਵਜਾਉਣਾ ਕੀਤਾ। ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਵਾਹਿਗੁਰੂ ਨੇ ਇਹਦਾ ਸਮਾਂ ਪੂਰਾ ਹੋਣ ਤੇ ਮਾਤਾ ਦੇ ਉਦਰ ਰੂਪੀ ਗੁਫਾ ਵਿੱਚ ਫਿਰ ਵਾਹਿਗੁਰੂ ਨੇ ਪਰਸੂਤਾ ਰੂਪੀ ਹਵਾ ਦਾ ਵਾਜਾ ਵਜਾਉਣਾ ਕੀਤਾ ਤੇ ਸੰਗਤ ਜੀ ਫਿਰ 9 ਦੁਆਰੇ ਪ੍ਰਗਟ ਕੀਏ। ਜਿਹੜੇ 9 ਦਰਵਾਜ਼ੇ ਨੇ ਨਾ ਇਹ ਸਰੀਰ ਦੇ, ਇਹ ਪ੍ਰਗਟ ਕੀਤੇ। 10ਵਾਂ ਗੁਪਤ ਰਖਾਇਆ। ਅਤੇ ਜਿਹੜਾ 10ਵਾਂ ਹੈ ਉਹ ਸਾਡੇ ਸੀਸ ਦੇ ਅੰਦਰ ਗੁਪਤ ਰੱਖਿਆ। ਗੁਰਦੁਆਰੇ ਲਾਏ ਭਾਵਨੀ। ਸੰਗਤ ਜੀ ਜਿਨ੍ਹਾਂ ਦੀ ਭਾਵਨਾ, ਜਿਨ੍ਹਾਂ ਦੀ ਸ਼ਰਧਾ ਗੁਰੂ ਦੇ ਦਰ ਤੇ ਲੱਗੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰੂ ਨੇ ਕਿਰਪਾ ਕਰਕੇ ਉਹਨਾਂ ਇਕੜਾਂ ਨੂੰ 10ਵੇਂ ਦੁਆਰ ਦੇ ਦਰਸ਼ਨ ਕਰਵਾ ਦਿੱਤੇ। ਜਿਸ 10ਵੇਂ ਦੁਆਰ ਦੀ ਪ੍ਰਾਪਤੀ ਵਾਸਤੇ ਜੋਗੀ ਲੋਕ ਜਿਹੜੇ ਨਾ ਪੁੱਠੇ ਸਿੱਧੇ ਲਮਕਦੇ ਨੇ, ਉਹ ਗੁਰੂ ਨੇ ਕਿਰਪਾ ਕਰਕੇ 10ਵੇਂ ਦੁਆਰ ਦੇ ਦਰਸ਼ਨ ਕਰਵਾ ਦਿੱਤੇ। ਤਹ ਅਨੇਕ ਰੂਪ ਨਾਉ ਨਵ ਨਿਧ। 10ਵੇਂ ਦੁਆਰ ਦੇ ਅੰਦਰ ਹੈ ਕੀ ਹੈ ਸੱਚੇ ਪਾਤਸ਼ਾਹ? ਤੇ ਹਜੂਰ ਕਹਿੰਦੇ ਨੇ ਤਹ ਅਨੇਕ ਰੂਪ ਨਾਉ ਨਵ ਨਿਧ। ਸੰਗਤ ਜੀ ਉੱਥੇ ਅਨੇਕਾਂ ਹੀ ਰੂਪ ਨੇ, ਉੱਥੇ ਅਨੇਕਾਂ ਹੀ ਰੂਪ ਨੇ ਅਤੇ ਨਾਮ ਦੀਆਂ 9 ਨਿਧੀਆਂ ਨੇ। ਇਸ ਦਾ ਅੰਤ ਨਾ ਜਾਈ ਪਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ 10ਵੇਂ ਦੁਆਰ ਦਾ ਅੰਤ ਹੀ ਨਹੀਂ ਪਾਇਆ ਜਾਂਦਾ। 10ਵੇਂ ਦੁਆਰ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ।
ਸੰਗਤ ਜੀ ਇਹ ਪਰਮ ਪੁਰਖ ਦੀ ਘਾਟੀ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਕਹਿ ਨਾਨਕ ਹਰ ਪਿਆਰੈ ਜੀਓ। ਹਜੂਰ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਹੇ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ। ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਦੇ ਸਰੀਰ ਨੂੰ ਮਾਤਾ ਦੇ ਗੁਫਾ ਸਰੀਰ ਵਿੱਚ ਰੱਖ ਕੇ ਵਾਜਾ ਪਵਨ ਵਜਾਇਆ। ਤੇ ਇਹਦੇ ਅੰਦਰ ਸਵਾਸਾਂ ਦਾ ਜਿਹੜਾ ਵਾਜਾ ਹੈ ਨਾ ਉਹ ਵਜਾਉਣਾ ਕੀਤਾ ਹੈ। ਇਹਦੇ ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਹੋਰ ਵੀ ਕਈ ਅਰਥ ਕੀਤੇ ਨੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਸਤਿਗੁਰੂ ਕਿਰਪਾ ਕਰਨ। ਸੰਗਤ ਜੀ, ਪਰਮੇਸ਼ਰ ਨੇ ਆ ਜਿਹੜਾ ਵਾਜਾ ਸਾਡਾ ਵੱਜ ਰਿਹਾ ਹੈ ਨਾ, ਇਹ ਪਰਮੇਸ਼ਰ ਦੇ ਆਸਰੇ ਹੀ ਵੱਜਦਾ ਹੈ। ਜਿੰਨਾ ਚਿਰ ਉਹ ਮਗਰੋਂ ਫੂਕ ਭਰੀ ਜਾਂਦਾ ਹੈ ਨਾ, ਉਹਨਾਂ ਚਿਰ ਇਹ ਵਾਜਾ ਵੱਜਦਾ ਹੈ। ਉਹਨਾਂ ਚਿਰ ਇਹ ਸਰੀਰਾਂ ਰੂਪੀ ਵਾਜੇ ਜਿਹੜੇ ਬੋਲਦੇ ਨੇ, ਕੋਈ ਮਿੱਠਾ ਬੋਲਦਾ ਹੈ, ਕੋਈ ਤੱਤਾ ਬੋਲਦਾ ਹੈ, ਕੋਈ ਫਿੱਕਾ ਬੋਲਦਾ ਹੈ, ਕਿਉਂਕਿ ਸੁਰ ਆਪੋ ਆਪਣੀ ਹੈ ਨਾ ਵਾਜਿਆਂ ਦੀ ਜੀ। ਕਈ ਵਾਰ ਵਾਜੇ ਖਰਾਬ ਵੀ ਹੋਣ ਤੇ ਉਹ ਬੇਸੁਰੇ ਜਿਹੇ ਬੋਲਦੇ ਨੇ, ਮੇਰੇ ਵਰਗੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਰੇ ਵਾਜੇ ਆਪ ਹੀ ਵਜਾਉਣੇ ਕੀਤੇ ਨੇ। ਜਿੰਨਾ ਚਿਰ ਉਹ ਮਗਰੋਂ ਹਵਾ ਭਰੀ ਜਾਂਦਾ ਹੈ, ਉਹਨਾਂ ਚਿਰ ਇਹ ਵਾਜੇ ਬੋਲੀ ਜਾਂਦੇ ਨੇ, ਤੇ ਜਦੋਂ ਉਹ ਹਵਾ ਭਰਨੋਂ ਹਟ ਜਾਂਦਾ ਤੇ ਫਿਰ ਵਾਜਾ ਮਿੱਟੀ ਦੀ ਢੇਰੀ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਇਹ ਉਹਦੀ ਦਾਤ ਹੈ, ਤੇ ਇਹਨਾਂ ਸੁਵਾਸਾਂ ਨੂੰ ਸਫਲ ਕਰਨਾ ਚਾਹੀਦਾ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ, ਆਪ ਸੰਗਤਾਂ ਦਾ, ਪੀਟੀਸੀ ਵਾਲੇ ਸਮੁੱਚੇ ਵੀਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਹੀ ਇੱਥੇ ਸਾਡੇ ਗੁਰਮੁਖ ਪਿਆਰੇ ਗਿਆਨੀ ਹਰਮਿੱਤਰ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਸਾਰੇ ਗੁਰਮੁਖ ਪਿਆਰੇ, ਭਾਈ ਰਣਜੀਤ ਸਿੰਘ ਜੀ, ਦਿਲਰਾਜ ਸਿੰਘ ਜੀ, ਜੋ ਇੱਥੇ ਸੇਵਾਵਾਂ ਨਿਭਾਉਂਦੇ, ਸਾਰਿਆਂ ਦਾ ਧੰਨਵਾਦ ਹੈ ਜੀ।